इस तरह ਦੀਆਂ ਧਾਰਮਿਕ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਹਾਲੇ ਗੱਲ ਨਹੀਂ ਸੁਣਨੀ ਤੁਸੀਂ, ਕਿਉਂ? ਹਾਲੇ ਥੋੜੇ ਘੱਟ ਤੰਗ ਹੋ ਤੁਸੀਂ, ਹਾਲੇ ਠੀਕ ਹੋ। ਜਦੋਂ ਜ਼ਿਆਦਾ ਤੰਗ ਹੋ ਗਏ ਨਾ, ਬਿਲਕੁਲ ਹੀ ਸੂਲੀ ਤੇ ਟੰਗੇ ਗਏ, ਜਦ ਤੁਸੀਂ ਕਹੋਗੇ ਵੀ ਹੁਣ ਦੱਸੋ ਰਾਹ ਕੋਈ, ਹੁਣ ਤਾਂ ਬਹੁਤ ਜ਼ਿਆਦਾ ਔਖੇ ਹੋਏ ਪਏ। ਮੈਨੂੰ ਪਤਾ ਹੈ ਤਾਂ ਸਾਰੇ ਔਖੇ ਹੀ ਆ, ਕਿਉਂਕਿ ਜਿੰਨੇ ਮੈਨੂੰ ਮਿਲਦੇ ਜਾਂ ਤਾਂ ਮੇਰੇ ਕੋਲ ਆਉਂਦੇ ਹੀ ਔਖੇ, ਸਾਰੇ ਦੁਖੀ ਆਉਂਦੇ ਆ। ਜਿਹੜਾ ਸੁਖੀ ਆ ਉਹ ਤਾਂ ਆਉਂਦਾ ਹੀ ਨਹੀਂ। ਲੋਕਾਂ ਦੀ ਇੱਕ ਧਾਰਨਾ ਬਣ ਗਈ, ਬਾਹਰਲੇ ਦੇਸ਼ ਵਿੱਚ ਇੱਕ ਬੀਬੀ ਗੱਡੀ 'ਚ ਬੱਚਿਆਂ ਨੂੰ ਬਿਠਾ ਕੇ ਆਪ ਬੈਠ ਕੇ ਆਪਣੇ ਨਾਲ ਲੜਕਿਆਂ ਨੂੰ ਬਿਠਾਇਆ ਤੇ ਗੱਡੀ ਗੁਰਦੁਆਰੇ ਲੈ ਕੇ ਚੱਲੀ। ਗੁਆਂਢਣ ਕਹਿੰਦੀ, ਭੈਣ ਜੀ ਰੋਜ਼ ਹੀ ਗੁਰਦੁਆਰੇ ਜਾਂਦੇ ਰਹਿੰਦੇ ਹੋ ਜਾਂ ਐਤਵਾਰ ਨੂੰ? ਕਹਿੰਦੀ ਤੁਹਾਡੇ ਦੋ ਮੁੰਡੇ ਆ, ਗੱਡੀ ਆ, ਘਰ ਆਪਦਾ, ਅੱਛੇ ਘਰ ਵਾਲੇ ਨੌਕਰੀ, ਤੇਰੀ ਨੌਕਰੀ, ਤੁਹਾਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ? ਬਲਕਿ ਇਹ ਸਾਡੇ ਮਨ ਦੀ ਧਾਰਨਾ ਬਣ ਗਈ ਵੀ ਜਿਹਦੇ ਕੋਲ ਸਾਰਾ ਕੁਛ ਆ ਉਹ ਗੁਰਦੁਆਰੇ ਨਾ ਜਾਓ। ਗੁਰਦੁਆਰੇ ਤਾਂ ਉਹ ਜਾਓ ਜਿਹੜਾ ਦੁਖੀ ਆ, ਨੰਗ ਮਲੰਗ ਆ, ਜਿਹੜਾ ਭੁੱਖਾ ਮਰਦਾ। ਇਸ ਕਰਕੇ ਮਹਾਰਾਜ ਨੇ ਜਿਹੜੇ ਬਚਨ ਕੀਤੇ ਉਹਨਾਂ ਬਚਨਾਂ ਤੇ ਪਹਿਰਾ ਕਰੋ। ਜੇ ਸਿਮਰਤ ਸਭ, ਮਹਾਰਾਜ ਕਹਿੰਦੇ ਨੇ ਜੇ ਪਿਤਰਾਂ ਦਾ ਜਿਹੜਾ ਉਧਾਰ ਹੈ, ਪਿਤਰਾਂ ਦਾ ਉਧਾਰ ਤੁਹਾਡੇ ਸਿਮਰਨ ਦੇ ਨਾਲ ਹੋਣਾ, ਤੁਹਾਡੇ ਸਿਮਰਨ ਵਿੱਚੋਂ ਉਹਨਾਂ ਨੂੰ ਹਿੱਸਾ ਮਿਲਣਾ। ਇਸ ਕਰਕੇ ਸੰਗਤ ਪੰਜ ਬਾਣੀਆਂ ਨੂੰ ਇੱਕ ਤਾਂ ਛੋਟਾ ਨਾ ਸਮਝੋ। ਪੰਜ ਬਾਣੀਆਂ ਬਹੁਤ ਵੱਡੀ ਕਿਰਪਾ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਛੋਟਾ ਨਾ ਸਮਝੋ। ਅੰਮ੍ਰਿਤ ਛਕਣਾ ਬਹੁਤ ਵੱਡੀ ਕਿਰਪਾ ਹੁੰਦੀ ਹੈ। ਤੇ ਰਹਿ ਰਾਸ ਜਿਹੜਾ ਹੈ ਨਾ, ਰਹਿ ਰਾਸ ਪੜਨ ਦੇ ਨਾਲ ਸੱਚਖੰਡ ਦੇ ਵਿੱਚ ਜਗ੍ਹਾ ਮਿਲਦੀ, ਨਿਵਾਸ ਮਿਲਦਾ। ਆ ਕਈ ਬੰਦੇ ਆਉਂਦੇ ਨੇ, ਕਹਿੰਦੇ ਸਾਡੇ ਘਰ ਦੇ ਵਿੱਚ ਲੱਗਦਾ ਕੁਝ ਗੜਬੜ ਜੀ ਹੈ। ਕਿਸੇ ਮਹਾਂਪੁਰਖ ਨੂੰ ਅਸੀਂ ਪੁੱਛਿਆ ਵੀ ਇਹ ਜਿਹੜੀਆਂ ਘਰਾਂ ਵਿੱਚ ਐ ਹੋ ਜਾਂਦੀਆਂ ਗੱਲਾਂ, ਕਹਿੰਦੇ ਜੇ ਤਾਂ ਇੱਕ ਸੋਲਾ ਪੜੀਏ ਸ਼ਬਦਾਂ ਸਮੇਤ, ਗੁਰ ਕਾ ਸ਼ਬਦ ਰਖਵਾਰੇ ਤਾਤੀ ਪਾਉਣ ਲੱਗਈ, ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਗੀਤ ਨਾਮ ਨਾ ਤੂਣਾ ਛੁਟੈ, ਨਿਕ ਨਾ ਜਾਈਓ ਦੂਤ, ਮਨ ਮੈਂ ਚਿਤਵੋਂ ਚਿਤਵਨੀ ਉਦਮ ਕਰੋੜ ਨੀਤ, ਹਰ ਕੀਰਤਨ ਕਾ ਹਰ ਦੇਹੁ ਨਾਨਕ ਕੇ ਮੀ। ਚਾਰ ਸ਼ਬਦ ਇਹ ਲਾਉਣੇ, 16 ਸਾਹਿਬ ਪੜਨਾ, 10ਵੀਂ ਅਰਦਾਸ ਕਰਨੀ ਹੈ, ਫੇਰ ਤਾਂ ਪਹਿਰਾ ਰਹਿੰਦਾ ਰਾਤ। ਜਦੋਂ ਸਵੇਰੇ ਉੱਠਦੇ ਆ ਉਦੋਂ ਚਲੇ ਜਾਂਦੇ ਆ ਉਹ ਪਹਿਰੇ ਵਾਲੇ। ਜੇ ਉਹ ਕਹਿੰਦੇ 16 ਸਾਹਿਬ ਪੜ੍ਹ ਕੇ ਸੌਂਏ, ਫਿਰ ਪਹਿਰਾ 24 ਘੰਟੇ ਰਹਿੰਦਾ ਨਾਲ। ਇਹ ਪ੍ਰਤੱਖ ਸੰਗਤ ਆ ਕੇ ਸਾਨੂੰ ਦੱਸਦੀ ਵੀ ਆ ਵੀ ਪਹਿਲਾਂ ਉਹ ਸਵੇਰੇ ਜਦੋਂ ਮੈਂ ਉੱਠਦਾ ਸੀ ਉਦੋਂ ਐ ਜਾਂਦੇ ਦੀਂਦੇ ਹੁੰਦੇ ਚੋਲਿਆਂ ਵਾਲੇ ਸਿੰਘ, ਤੇ ਹੁਣ ਜਾਂਦੇ 5 ਸੋਲੇ ਪੜ੍ਹਦੇ ਆ, ਹੁਣ ਐ ਲੱਗਦਾ ਘਰੇ ਦਿਨੇ ਵੀ ਕੋਈ ਤੁਰਿਆ ਫਿਰਦਾ। 5 16 ਸਾਹਿਬ ਦੇ ਪਾਠ ਕਰੋ, ਰਹਿ ਰਾ। ਦੇਖੋ ਜੇ ਮੇਰੀ ਮੰਨੋ, ਭਾਵੇਂ ਮੈਨੂੰ ਤੁਸੀਂ ਕਹੋ ਵੀ ਇਹ ਉਦਾਂ ਹੀ ਮਾਰੀ ਜਾਂਦਾ ਗੱਲਾਂ, ਤੇ ਮੇਰੀ ਮੰਨੋ ਰਹਿ ਰਾਸ ਇੱਕ ਦੀ ਜਗ੍ਹਾ ਦੋ ਦੀ ਜਗ੍ਹਾ 5 ਪੜ੍ਹ ਲਿਆ ਕਰੋ। ਜਿੱਥੇ ਫਾਇਦਾ ਹੁੰਦਾ ਉਹ ਚੀਜ਼ ਜ਼ਿਆਦਾ ਪੜ੍ਹੀ ਦੀ ਹੈ। ਕੋਈ ਸਿੰਘ ਕਹਿੰਦਾ ਅਭਿਆਸ ਕਰਨਾ, ਮੈਨੂੰ ਦੱਸੋ। ਮੈਂ ਕਿਹਾ 5 ਬਾਣੀਆਂ 5 ਵਾਰੀ ਰੋਜ਼ ਪੜ੍ਹਦੇ, ਇਦੋਂ ਉੱਤੇ ਅਭਿਆਸ ਕੋਈ ਨਹੀਂ ਹੋਰ। 5 ਜਪਜੀ ਸਾਹਿਬ, 5 ਜਾਪ ਸਾਹਿਬ, 5 ਸਵਈਏ, 5 ਚੌਪਈ ਸਾਹਿਬ, 5 ਆਨੰਦ ਸਾਹਿਬ ਪੜ੍ਹ ਲੈ। ਔਰ ਪ੍ਰੈਕਟੀਕਲ ਵੀ ਕੀਤਾ ਸਾਰਿਆਂ ਨੇ, ਕਹਿੰਦੇ ਹਾਂ ਬੜੀ ਕਿਰਪਾ ਹੋਈ ਮਹਾਰਾਜ ਦੀ। ਜਿਨ੍ਹਾਂ ਨੂੰ ਨਹੀਂ ਆਉਂਦਾ, ਹੁਣ ਕਈ ਕਹਿੰਦੇ ਸਾਨੂੰ ਬ੍ਰਹਮ ਕਵਚ ਨਹੀਂ ਆਉਂਦਾ, ਕੋਈ ਕਹਿੰਦੇ ਸਾਨੂੰ ਜਾਪ ਸਾਹਿਬ ਨਹੀਂ ਆਉਂਦਾ। ਉਹ ਇਹ ਕੋਈ 100 ਸਾਲ ਪਹਿਲਾਂ ਦੀਆਂ ਗੱਲਾਂ ਸੀਗੀਆਂ ਵੀ ਆਉਂਦਾ ਨਹੀਂ ਸਾਨੂੰ। ਹੁਣ ਤਾਂ ਪੈਨ ਡਰਾਈਵ ਪਾਓ, ਹੁਣ ਤਾਂ ਅਸੀਂ ਪੈਨ ਡਰਾਈਵ ਇਹੀ ਜੀ ਭਰਤੀ ਵੀ ਇੱਕ ਵਾਰ ਲੱਗ ਜਾਏ ਤੇ 24 ਘੰਟੇ ਹੀ ਬ੍ਰਹਮ ਕਵਚ ਚੱਲੀ ਜਾਣਾ। 5 ਬਾਣੀਆਂ ਚੱਲ ਪਈਆਂ ਤਾਂ 5 ਬਾਣੀਆਂ ਹੀ ਹੋਈ ਜਾਣੀਆਂ। ਸੁਖਮਨੀ ਸਾਹਿਬ ਚੱਲ ਪਿਆ, ਸੁਖਮਨੀ ਸਾਹਿਬ ਹੀ ਹੋਈ ਜਾਣਾ। ਘਰ ਦੇ ਵਿੱਚ ਜਿਹਦੇ ਮਰਜੀ ਘਰ 'ਚ ਟੀਵੀ ਚੱਲ ਰਿਹਾ, ਟੀਵੀ ਨਾਲ ਤੁਹਾਡੇ ਘਰਾਂ ਵਿੱਚ ਮਾੜੀਆਂ ਬਦਰੂਹਾਂ ਆ ਵੜਦੀਆਂ। ਟੀਵੀ ਦੇਖ ਹੀ ਮਰੇ ਸੀ ਉਹ। ਜਿੱਥੇ ਟੀਵੀ ਚੱਲਦਾ ਉੱਥੇ ਹੀ ਆ ਕੇ ਬਹਿ ਜਾਂਦੇ, ਕਹਿੰਦੇ ਆਹ ਤਾਂ ਵਧੀਆ। ਆਪ ਤਾਂ ਟੀਵੀ ਲਾ ਕੇ ਸੁੱਤੇ ਪਏ ਨੇ, ਆਪ ਟੀਵੀ ਲਾ ਕੇ ਅਗਲਾ ਰਸੋਈ ਕਹਿੰਦਾ ਸੋਫੇ ਖਾਲੀ ਪਏ ਆ ਜਾਓ ਬਈ ਸਾਰੇ। ਆਂਢੀ ਗੁਆਂਢੀਆਂ ਦੇ ਜਿਹੜੇ ਮਰੇ ਹੁੰਦੇ ਉਹ ਵੀ ਨਾਲ ਸੱਦ ਲੈਂਦੇ, ਆਪ ਵੀ ਆ ਕੇ ਸਾਰੇ ਬਹਿ ਕੇ ਦੇਖਦੇ ਆ। ਕਹਿੰਦੇ ਆਹ ਘਰ 'ਚ ਮੌਜ ਆ ਵੀ ਸ਼ਾਮ ਨੂੰ ਖਾਣ ਪੀਣ ਵੀ ਮਿਲਦਾ, ਮੀਟ ਆਂਡਾ ਸ਼ਰਾਬ ਵੀ ਇਸ ਘਰ 'ਚ ਚੱਲਦਾ। ਆਹ ਨਾਲ ਦੇ ਗੁਆਂਢੀ ਤਾਂ ਸਹੁਰੇ ਪਾਠ ਲਾ ਲੈਂਦੇ ਨੇ, ਨਾਲੇ ਇਹ ਕੜਾਹ ਹੀ ਖਾਂਦੇ ਰਹਿੰਦੇ ਨੇ। ਆਪਣਾ ਤਾਂ ਕੰਮ ਹੀ ਕੋਈ ਨਹੀਂ ਹੈ। ਜਿੱਥੇ ਗੁਰਮਤ ਹੈ ਉੱਥੇ ਕੋਈ ਮਾੜੀ ਚੀਜ਼ ਨਹੀਂ ਆਉਂਦੀ, ਜਿੱਥੇ ਮਰਿਆਦਾ ਉੱਥੇ ਮਾੜੀ ਚੀਜ਼ ਨਹੀਂ ਆਉਂਦੀ, ਤੇ ਜਿੱਥੇ ਸਾਧ ਸੰਗਤ ਮਾੜੀਆਂ ਚੀਜ਼ਾਂ, ਮਾੜੀਆਂ ਰੂਹਾਂ ਵੀ ਉੱਥੇ ਹੀ ਆਉਂਦੀਆਂ। ਇਸ ਕਰਕੇ ਇਹ ਗੱਲ ਅੱਜ
ਸਵੇਰ ਦੇ 2-3 ਤਜਰਬੇ ਹੋ ਲਏ ਸੀਗੇ। ਤਾਂ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਕਿਸੇ ਦਾ ਵੀ ਬਜ਼ੁਰਗ ਮਾਤਾ ਭੈਣ ਭਾਈ ਚੜ੍ਹਾਈ ਕਰਦਾ, ਕਹਿੰਦੇ ਸਾਡੇ ਤਾਂ ਉਹ ਫੱਤੋ ਕਾ ਮੰਨ ਲਓ ਉੱਥੋਂ ਪਾਠੀ ਕੋ ਮਿਲਦੇ ਵਧੀਆ। ਆ ਜਿਹੜੇ ਇੰਨੇ ਨੇ ਗੁਰਦੁਆਰੇ ਬਣੇ ਆ ਪਿੰਡਾਂ 'ਚ, ਇੰਨੇ ਨੇ ਬਣੇ, ਸਭ ਕੁਝ ਪਾਠੀ ਨਹੀਂ ਤਿਆਰ ਕਰ ਸਕਦੇ। ਵਧੀਆ ਪਾਠੀ ਤਿਆਰ ਕਰੋ, ਵਧੀਆ ਕੀਰਤਨ ਵਾਲੇ ਤਿਆਰ ਹੋਣ, ਪਾਠੀ ਵਧੀਆ ਹੋਣ, ਰਹਿਤ ਵਾਲੇ ਹੋਣ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਪਾਠੀ ਚੰਗੇ ਮਿਲ ਜਾਣ ਆਪਾਂ ਨੂੰ। ਹੁਣ ਮੈਨੂੰ ਨਹੀਂ ਪਤਾ ਇੱਥੇ ਵਿਦਿਆਲਾ ਹੈ ਕਿ ਨਹੀਂ ਆਸੇ ਪਾਸੇ ਕੋਈ, ਪਰ ਮਹਾਂਪੁਰਖਾਂ ਤੋਂ ਇੱਕ ਬੰਦਾ ਕਹਿੰਦਾ ਅਸੀਂ ਜਾ ਕੇ ਬੇਨਤੀ ਕਰਦੇ ਹੁੰਦੇ ਸੀ ਫਤੋ ਮੰਨ ਲਓ ਕਿ ਅਸੀਂ 5 ਅਖੰਡ ਪਾਠ ਸਾਹਿਬ ਕਰਾਉਣੇ ਆ, ਫਿਰ ਉਹਨੇ ਪਾਠੀ ਭੇਜਣੇ। ਸੱਚੀ ਗੱਲ ਹੈ, ਜੇ ਤੁਸੀਂ ਜਪਜੀ ਸਾਹਿਬ ਰੱਖ ਕੇ, ਇੱਥੇ ਵੀ ਜਪਜੀ ਸਾਹਿਬ ਦਾ ਪਾਠ ਹੋਇਆ ਕਹਿੰਦੇ ਹੁਣ, ਜੇ ਜਪਜੀ ਸਾਹਿਬ ਇਹ ਤੁਹਾਡੀ ਬੁੱਧੀ ਦੀ ਕਾਰਾਗਰੀ ਹੈ, ਜਪਜੀ ਸਾਹਿਬ ਚਕਵਾ ਦੋ, ਜੋਤ ਚਕਵਾ ਦੋ, ਆਹ ਚਕਵਾ ਦੋ, ਚਕਵਾ ਦੋ। ਦੇਖੋ ਬਈ ਚਕਵਾ ਤਾਂ ਦੋ, ਪਰ ਤੁਹਾਡਾ ਵੀ ਕੁਝ ਨਹੀਂ ਰਹਿਣਾ। ਫਿਰ ਇੱਕ ਬੰਦਾ ਫਤਿਹਗੜ੍ਹ ਸਾਹਿਬ ਹੈ, ਕਾਫੀ ਉੱਚੇ ਅਹੁਦੇ ਤੇ, ਉਹ ਕਹਿੰਦਾ ਜੋਤ ਬੰਦ ਕਰਾਓ, ਇੱਥੇ ਐਵੇਂ ਜੋਤ ਲਵਾਈ ਆ। ਕਈ ਵਾਰੀ ਕਹਿੰਦਾ ਰਿਹਾ, ਨਾਲ ਦੇ ਗ੍ਰੰਥੀ ਪਾਠੀ ਕਹਿੰਦੇ ਫਿਰ ਤੂੰ ਚਾਪੇ ਚੱਕ ਦੇ, ਸਾਨੂੰ ਕਾਹਨੂੰ ਕਹਿਣਾ। ਉਹ ਗਿਆ, ਜਾ ਕੇ ਬੁਰਜ ਸਾਹਿਬ ਦੀ ਜੋਤ ਬੰਦ ਕਰਤੀ, ਭਰਿਆ ਉੱਤੇ ਘਿਓ ਪਾ ਕੇ ਜੋਤ ਬੰਦ ਕਰਿਆ। ਘਰੇ ਆਇਆ, ਘਰ ਵਾਲੀ ਗਸ਼ ਖਾ ਕੇ ਡਿੱਗ ਗਈ। PGI ਲੈ ਗਏ, ਕਈ ਥਾਂ ਲੈ ਕੇ ਘੁੰਮਦੇ ਰਹੇ, ਉਹ ਠੀਕ ਹੀ ਨਾ ਹੋਵੇ। ਫਿਰ ਸਿਰ ਝਟ ਕੇ ਬਹਿ ਗਿਆ, ਕਹਿੰਦਾ ਹੁਣ ਕੀ ਕਰਾਂ। ਨਾਲ ਦੇ ਗ੍ਰੰਥੀ ਕਹਿੰਦੇ ਉਹ ਜਿਹੜੀ ਜੋਤ ਬੰਦ ਕੀਤੀ ਹੈ ਉਹਦੇ ਕਰਕੇ ਇਹ ਤੇਰੀ ਵੀ ਜੋਤ ਬੰਦ ਹੋ ਜਾਣੀ ਆ ਹੁਣ। ਕਹਿੰਦਾ ਫਿਰ ਕੀ ਕਰੀਏ, ਕਹਿੰਦਾ ਜੋਤ ਜਗਾਓ। ਕਹਿੰਦਾ ਜਗਾ ਦੋ ਫਿਰ। ਉਹ ਕਹਿੰਦਾ ਐ ਨਹੀਂ, 5 ਸਿੰਘ ਜਾਣਗੇ, ਅਰਦਾਸ ਕਰਨਗੇ, ਮਾਫੀ ਮੰਗਣਗੇ, ਆਏ ਹੱਥਾਂ ਨਾਲ ਜਿਨ੍ਹਾਂ ਨਾਲ ਬੁਝਾਈ ਆ ਇਹਨਾਂ ਨਾਲ ਹੀ ਲਾ ਹੁਣ ਉਹਨੂੰ। ਫਿਰ ਜਾ ਕੇ ਉਹਨਾਂ ਹੱਥਾਂ ਨਾਲ ਹੀ ਉਹਨੇ ਉਹ ਜੋਤ ਜਦ ਜਗਾਈ, ਮਾਫੀ ਮੰਗੀ। ਆਉਂਦਿਆਂ ਨੂੰ ਘਰ ਵਾਲੀ ਮੰਜੇ ਦੇ ਉੱਤੇ ਬੈਠੀ ਸੀ, ਕਹਿੰਦੀ ਮੈਂ ਬੈਠੀ ਆ, ਮੈਂ ਠੀਕ ਹੋ ਗਈ। ਉਹ ਆਖੋ ਸਤਨਾਮ। ਤੁਸੀਂ ਕੀ ਸਮਝਦੇ ਹੋ, ਜੋਤਾਂ ਬੁਝਾ ਕੇ ਤੁਹਾਡੀਆਂ ਜੋਤਾਂ ਜਗਦੀਆਂ ਰਹਿਣਗੀਆਂ? ਨਿਸ਼ਾਨ ਸਾਹਿਬ ਹੈ ਸਾਡਾ। ਦਾਨੀਆਂ ਦੀਵਾਨੀਆਂ ਨਿਸ਼ਾਨੀਆਂ ਨਥਮਲਪੁਰ ਵਾਲੇ ਸੰਤ ਕਿਹਾ ਕਰਦੇ ਸੀ, ਇਹ ਜਿਹੜੀਆਂ ਚੀਜ਼ਾਂ ਨੇ ਨਿਸ਼ਾਨ ਸਾਹਿਬ ਸਾਡਾ ਨਿਸ਼ਾਨ ਹੈ। ਜੇ ਨਿਸ਼ਾਨ ਸਾਹਿਬ ਝੂਲਦਾ ਤਾਂ ਅਸੀਂ ਜਾਗਦੀਆਂ ਜਿਉਂਦੀਆਂ ਕੌਮਾਂ ਦੇ ਵਿੱਚ ਆ। ਸਿਰ ਦੀ ਦਸਤਾਰ ਵੀ ਸਾਡਾ ਨਿਸ਼ਾਨ ਹੈ, ਇਹ ਕਿਰਪਾਨ ਵੀ ਸਾਡਾ ਨਿਸ਼ਾਨ ਹੈ। ਪਤਾ ਲੱਗਦਾ ਦੂਰੋਂ ਸਿੱਖ ਆਉਂਦਾ, ਸਿੰਘ ਆਉਂਦਾ, ਗੁਰੂ ਦਾ ਲਾਲ ਆਉਂਦਾ। ਇਸ ਕਰਕੇ ਸੰਗਤਾਂ ਇਹਨਾਂ ਗੱਲਾਂ ਦਾ ਹਮੇਸ਼ਾ ਭਾਈ ਧਿਆਨ ਰੱਖੋ। ਜਿਹੜੀਆਂ ਬੇਨਤੀਆਂ ਕੀਤੀਆਂ, ਬਾਕੀ ਦੀਆਂ ਚੀਜ਼ਾਂ ਤਾਂ ਤੁਹਾਨੂੰ ਸਾਰਿਆਂ ਨੇ ਸੁਣਾਈ ਦੇਣੀਆਂ, ਮੈਂ ਸੁਣ ਵੀ ਰਹੇ ਹਾਂ। ਉਹ ਤਾਂ ਵਿੱਚੋਂ ਕੋਈ ਤੱਤ ਤਾਂ ਨਿਕਲਦਾ ਨਹੀਂ ਹੁੰਦਾ। ਇੱਧਰਲੀ ਗੱਲ ਫਿਰ ਉੱਥੋਂ ਫੜ ਲਈ, ਉੱਧਰਲੀ ਗੱਲ ਫਿਰ ਉੱਧਰਲੀ, ਵਿੱਚ ਗੱਲ ਦੇ ਤੱਤ ਵੀ ਤਾਂ ਹੋਵੇ ਕੋਈ, ਜਿਹੜਾ ਤੁਹਾਡੇ ਸਿੱਧਾ ਜੀਵਨ ਤੇ ਅਸਰ ਕਰੇ, ਤੁਹਾਡਾ ਜੀਵਨ ਬਣੇ, ਤੁਹਾਨੂੰ ਸਹੀ ਸੇਧ ਮਿਲੇ, ਰਸਤਾ ਮਿਲੇ। ਭਾਵੇਂ ਪਾਠੀ ਪਾਠ ਲੇਟ ਕਰਨ, ਜਿਵੇਂ ਮਰਜ਼ੀ ਹੋਵੇ, ਜਪਜੀ ਸਾਹਿਬ ਜੋਤ ਸਾਰਾ ਕੁਝ ਮਰਿਆਦਾ ਨਾਲ ਜਪਜੀ ਸਾਹਿਬ ਰੱਖ ਕੇ ਪਾਠ ਕਰਨਾ। ਮੇਰੀ ਗੱਲ, ਮੈਨੂੰ ਤਾਂ ਕਹਿੰਦੇ ਨੇ ਹੁਣ ਕਈ ਸਾਲ ਹੋ ਗਏ, ਟਕਸਾਲ ਨੂੰ ਕਹਿੰਦੇ ਬੜੇ ਸਾਲ ਹੋ ਗਏ, ਪਰ ਇਹ ਗੱਲ ਯਾਦ ਰੱਖੋ, ਜੇ ਹੌਲੀ ਹੌਲੀ ਮਰਿਆਦਾ ਗਈ ਘਟਦੀ, ਤੁਹਾਡੀ ਵੀ ਸਭ ਚੀਜ਼ਾਂ ਥੱਲੇ ਨੂੰ ਹੀ ਤੁਰੀਆਂ ਜਾਣੀਆਂ, ਥੱਲੇ ਨੂੰ ਤੁਰੀ। ਚੜ੍ਹਦੀ ਕਲਾ ਚਾਹੁੰਦੇ ਹੋ, ਹੁਣ ਲੋਕ ਬਾਣੀ ਘੱਟ ਪੜ੍ਹਦੇ ਆ, ਇੱਥੋਂ ਜੋਤ ਹਟਾ ਦਿਓ, ਇੱਥੋਂ ਹਟਾ ਦਿਓ। ਸਾਨੂੰ ਪਤਾ ਨਾ, ਉੱਤੋਂ ਨਹੀਂ ਖੁਸ਼ੀ ਹੋ ਰਹੀ ਤੁਹਾਡੇ ਤੇ। ਉਹ ਜਿਹੜੀ ਮਹਾਰਾਜ ਕਲਗੀਧਰ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਹੋਣੀ ਹੈ, ਉਹ ਨਹੀਂ ਹੋ ਰਹੀ। ਲਾ ਲਓ ਜ਼ੋਰ ਜਿਹੜਾ ਲਾਉਣਾ, ਅਖੀਰ ਜਾ ਕੇ ਫਿਰ ਇਹੋ ਜਿਹਾ ਬੁਰਾ ਹਾਲ ਹੋਊਗਾ ਨਾ, ਬਾਅਦ ਵਿੱਚ ਤੁਸੀਂ ਕਹੋਗੇ ਚਲੋ ਫਿਰ ਜਿਵੇਂ ਕਰਨਾ ਕਰ ਲਓ, ਹੁਣ ਅਸੀਂ ਤਾਂ ਬਸ ਜਿਹੜਾ ਕੋਈ ਕਰਨਾ ਸੀ ਕਰ ਲਿਆ। ਤੁਹਾਨੂੰ ਸਭ ਨੂੰ ਜਪਜੀ ਸਾਹਿਬ ਨਾਲ ਪਾਠ ਰੱਖਣਾ ਹੀ ਪੈਣਾ, ਜੋਤ ਲਾਉਣੀ ਹੀ ਪੈਣੀ ਹੈ, ਨਿਸ਼ਾਨ ਸਾਹਿਬ ਦਾ ਥੜਾ ਧੋਣਾ ਹੀ ਪੈਣਾ, ਨਮਸਕਾਰ ਸਰੋਵਰ ਚ ਨਹਾਉਣਾ ਹੀ ਪੈਣਾ ਜਾ ਕੇ। ਬਹੁਤ ਕੀਮਤੀ ਬਖਸ਼ਿਸ਼ਾਂ ਕੀਤੀਆਂ ਸੀ ਗੁਰੂ ਸਾਹਿਬ ਨੇ। ਤੁਸੀਂ ਇੱਧਰ ਉੱਧਰਲੇ ਕਿਸੇ ਦੇ ਆਖੇ ਨਾ ਲੱਗਿਆ ਕਰੋ, ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਵੈਸੇ ਤਾਂ ਦੇਖੋ, ਜਿਵੇਂ ਵੀ ਝੋਨਾ ਵੇਚ ਲਿਆ, ਪੈਸੇ 4 ਆਏ ਨੇ, ਕਣਕ ਵੇਚ ਲਈ 4 ਪੈਸੇ ਆਏ ਨੇ, ਘਰੇ ਇੱਕ ਅਖੰਡ ਪਾਠ ਸਾਹਿਬ ਝੋਨੇ ਵੇਲੇ ਤੇ ਇੱਕ ਕਣਕ ਵੇਲੇ,
ਜ਼ਰੂਰ ਅਖੰਡ ਪਾਠ ਸਾਹਿਬ ਮਰਿਆਦਾ ਨਾਲ ਕਰਾਓ, ਕਦੇ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ। ਦੂਜੀ ਇਹ ਦਸਵੰਧ ਜਿਹੜਾ ਦਸਵੰਧ ਕੱਢਣ ਤੋਂ ਸਾਰੇ ਕਤਰਾਉਂਦੇ ਆ, ਜਿਵੇਂ ਇਸ਼ਨਾਨ ਤੋਂ ਸਾਰੇ ਡਰਦੇ ਆ, ਨਾਮ ਤੋਂ ਡਰਦੇ ਆ, ਦਾਨ ਤੋਂ ਡਰਦੇ ਆ, ਇਸ਼ਨਾਨ ਤੋਂ ਡਰਦੇ ਆ ਸਾਰੇ। ਹੁਣ ਕਈ ਫਿਰ ਆ ਕੇ ਕਹਿਣਗੇ ਅੱਛਾ ਬ੍ਰਹਮ ਕਵਚ ਕਰਨਾ, ਕੇਸੀ ਨਹਾਉਣਾ ਜ਼ਰੂਰੀ ਹੈ। ਆਹ ਗੱਲ ਛੱਡ ਦੋ ਤੁਸੀਂ। ਹੁਣ ਇਹ ਨਾ ਕਿਹਾ ਕਰੋ ਕੇਸੀ ਨਹਾਉਣੇ ਦਾ, ਕਹਿਤਾ ਨਹਾਉਣਾ ਤਾਂ ਨਹਾਉਣਾ ਬਸ। ਕੇਸਾਂ ਵਿੱਚ ਜਲ ਹੀ ਪਾਉਣਾ। ਪੁਰਾਣੇ ਸਿੰਘ ਸਾਰੇ ਹੀ ਕੇਸਾਂ 'ਚ ਜਲ ਪਾਉਂਦੇ ਸੀ। ਇਹ ਤੁਹਾਨੂੰ ਹੁਣੇ ਇਹ ਕਹਿ ਲਓ ਵੀ ਰੋਗ ਲੱਗ ਗਿਆ ਇੱਕ, ਵੀ ਕੇਸਾਂ ਵਿੱਚ ਜਲ ਪਾਉਣ ਤੋਂ ਕਤਰਾਉਨੇ ਹੋ ਹੁਣ ਤੁਸੀਂ, ਜਾਪ ਸਾਹਿਬ ਪੜ੍ਹਨ ਤੋਂ ਕਤਰਾਉਨੇ ਹੋ ਹੁਣ ਤੁਸੀਂ। ਇਹ ਬਾਈ ਸਾਰੇ ਅੰਮ੍ਰਿਤ ਵੇਲੇ ਉੱਠਣ ਤੋਂ ਸਾਰੇ ਕਤਰਾਉਂਦੇ ਆ। ਜਿੰਨਾ ਵੀ ਆਪਾਂ ਨੂੰ ਜਿੱਥੋਂ ਵੀ ਬਖਸ਼ਿਸ਼ ਹੋਣੀ ਆ ਉਹਦੇ ਤੋਂ ਸਾਰੇ ਕਤਰਾਉਣ ਲੱਗ ਪਏ ਆ। ਮੈਂ ਸਭ ਨੂੰ ਖਿੱਚ ਖਿੱਚ ਕਹਿਣਾ, ਉਹ ਭਾਈ ਇਹ ਗੱਲ ਤੋਂ ਜਵਾਬ ਨਾ ਦਿਆ ਕਰੋ, ਤੁਸੀਂ ਸਤ ਵਚਨ ਕਿਹਾ ਕਰੋ ਤੇ ਸਿਰ 'ਚ ਜਲ ਪਾਇਆ ਕਰੋ ਤੇ ਬ੍ਰਹਮ ਕਵਚ ਕਰਿਆ ਕਰੋ।